Morning students, now let's start lesson number 16 ਗੋਲ ਮਟੋਲ ਗੋਲੂ। ਗੋਲ ਮਟੋਲ ਗੋਲੂ ਇਹਦੇ ਵਿੱਚ ਇੱਕ ਹਾਥੀ ਬਾਰੇ ਦੱਸਿਆ ਗਿਆ ਹੈ ਕਿ ਉਹ ਕਿੱਦਾਂ ਦਾ ਸੀ। ਇੱਕ ਨਿੱਕਾ ਜਿਹਾ ਗੋਲ ਮਟੋਲ ਗੋਲੂ ਜਿਹੜਾ ਬੜਾ ਹੀ ਸ਼ਰਾਰਤੀ ਸੀ। ਗੋਲ ਮਟੋਲ ਗੋਲੂ ਕੌਣ ਸੀ? ਇੱਕ ਹਾਥੀ ਸੀ ਜਿਹੜਾ ਬਹੁਤ ਜ਼ਿਆਦਾ ਸ਼ਰਾਰਤੀ ਸੀ। ਉਹ ਕਦੇ ਝਾੜੀਆਂ ਵਿੱਚ ਲੁਕ ਜਾਂਦਾ, ਕਦੇ ਚਟਾਨਾਂ ਪਿੱਛੇ ਅਤੇ ਕਦੇ ਕੇਲਿਆਂ ਦੇ ਪੱਤੇ ਪਿੱਛੇ। ਉਹ ਕਦੇ ਤਾਂ ਝਾੜੀਆਂ ਵਿੱਚ ਲੁਕ ਜਾਂਦਾ ਸੀ, ਮੀਨਸ ਝਾੜੀਆਂ ਦੇ ਵਿੱਚ ਜਾ ਕੇ ਬੈਠ ਜਾਂਦਾ ਸੀ, ਅਤੇ ਕਦੇ ਚਟਾਨਾਂ ਦੇ ਪਿੱਛੇ, ਜਿਹੜੀਆਂ ਪੱਥਰ ਦੀਆਂ ਚਟਾਨਾਂ ਬਣੀਆਂ ਹੋਈਆਂ ਸਨ, ਉਹਨਾਂ ਦੇ ਪਿੱਛੇ ਚਲਾ ਜਾਂਦਾ ਸੀ, ਕਦੇ ਕੇਲਿਆਂ ਦੇ ਪੱਤਿਆਂ ਦੇ ਪਿੱਛੇ। ਮਾਂ ਉਸਨੂੰ ਆਵਾਜ਼ਾਂ ਮੈਂ ਨਾ ਕੀ ਹੁੰਦੇ ਆਵਾਜ਼ਾਂ ਮਾਰਦੀ, ਉਸਦੇ ਪਿੱਛੇ ਪਿੱਛੇ ਦੌੜਦੀ ਰਹਿੰਦੀ। ਮਾਂ ਹਮੇਸ਼ਾ ਉਸਨੂੰ ਆਵਾਜ਼ਾਂ ਮਾਰਦੀ ਸੀ ਅਤੇ ਉਹਦੇ ਪਿੱਛੇ ਪਿੱਛੇ ਭੱਜਦੀ ਰਹਿੰਦੀ ਸੀ ਵੀ ਗੋਲੂ ਇੱਧਰ ਉੱਧਰ ਨਹੀਂ ਜਾਣਾ, ਗੋਲੂ ਇਹ ਨਹੀਂ ਖਾਣਾ, ਵੀ ਗੋਲੂ ਤੂੰ ਇੱਧਰ ਉੱਧਰ ਨਾ ਜਾ, ਗੋਲੂ ਆਹ ਨਾ ਖਾ, ਨਾ ਗੋਲੂ ਇਹ ਨਾ ਕਰ। ਗੋਲੂ ਹਰ ਰੋਜ਼ ਕੋਈ ਨਾ ਕੋਈ ਨਵੀਂ ਸ਼ਰਾਰਤ ਲੱਭ ਲੈਂਦਾ ਸੀ। ਉਹ ਹਰ ਰੋਜ਼ ਕੋਈ ਵੀ ਨਵੀਂ ਇੱਕ ਸ਼ਰਾਰਤ ਨੂੰ ਲੱਭ ਲੈਂਦਾ ਸੀ। ਇੱਕ ਦਿਨ ਸਿਖਰ ਦੁਪਹਿਰੇ ਉਸਦੀ ਮਾਂ ਬਾਂਸਾਂ ਦੇ ਰੁੱਖਾਂ ਦੀ ਛਾਵੇਂ ਥੋੜ੍ਹਾ ਸੁਸਤਾ ਰਹੀ ਮੀਨਸ ਆਰਾਮ ਕਰ ਰਹੀ ਸੀ। ਇੱਕ ਦਿਨ ਸਿਖਰ ਦੁਪਹਿਰੇ ਮੀਨਸ ਜਦੋਂ ਜ਼ਿਆਦਾ ਤੇਜ਼ ਦੁਪਹਿਰ ਹੁੰਦੀ, ਮੀਨਸ ਤੇਜ਼ ਧੁੱਪ ਹੁੰਦੀ ਹੈ, ਉਦੋਂ ਉਹ ਆਰਾਮ ਕਰ ਰਹੀ ਸੀ। ਗੋਲੂ ਮਲਕ ਮੈਂ ਨਾ ਗੋਲੂ ਹੌਲੀ ਜੀ ਪਿਛਲੇ ਪੈਰੀ ਤੁਰਦਾ ਦੂਰ ਜਾਣ ਲੱਗਿਆ। ਉਹ ਪਿਛਲੇ ਪੈਸੇ ਹੌਲੀ ਤੁਰਦਾ ਹੋਇਆ ਦੂਰ ਚਲਾ ਗਿਆ। ਉਸ ਨੂੰ ਇੰਜ ਪੁੱਠਿਆਂ ਤੁਰਦੇ ਵੇਖ ਉਸਦਾ ਦੋਸਤ ਤੋਤਾ ਉਸਦੇ ਕੋਲ ਆ ਕੇ ਕਹਿਣ ਲੱਗਾ, ਗੋਲੂ ਤੂੰ ਇੰਜ ਉਲਟੇ ਪੈਰੀ ਤੁਰ ਕੇ ਕਿੱਧਰ ਜਾ ਰਿਹਾ ਹੈ? ਇੰਜ ਮੈਂ ਨਾ ਇਸ ਤਰ੍ਹਾਂ। ਉਹ ਜਦੋਂ ਪੁੱਠਾ ਤੁਰ ਰਿਹਾ ਸੀ, ਮੀਨਸ ਉਲਟੇ ਪੈਰੀ ਤੁਰ ਰਿਹਾ ਸੀ, ਤਾਂ ਉਹਦਾ ਦੋਸਤ ਤੋਤਾ ਆ ਗਿਆ ਉਹਦੇ ਕੋਲ ਅਤੇ ਉਹਨੂੰ ਕਹਿੰਦਾ ਕਿ ਗੋਲੂ ਤੂੰ ਐਵੇਂ ਕਿਉਂ ਤੁਰ ਕੇ ਕਿੱਧਰ ਜਾ ਰਿਹਾ? ਉਲਟੇ ਪੈਰੀ ਮੀਨਸ ਐ ਪੁੱਠੇ ਪੈਰੀ ਤੁਰ ਕੇ ਤੂੰ ਕਿੱਧਰ ਜਾ ਰਿਹਾ ਹੈ? ਦੂਰ ਪੂਰੀਆਂ ਚਟਾਨਾਂ ਕੋਲ ਗੋਲੂ ਨੇ ਫੁਸਫੁਸਾ ਕੇ ਕਿਹਾ। ਹੌਲੀ ਜੀ ਮੀਨਸ ਫੁਸਫੁਸਾ ਕੇ ਮੀਨਸ ਹੌਲੀ ਜੀ। ਗੋਲੂ ਨੇ ਅੱਗੋਂ ਕਿਹਾ ਕਿ ਮੈਂ ਦੂਰ ਪੂਰੀਆਂ ਚਟਾਨਾਂ ਕੋਲ ਜਾ ਰਿਹਾ। ਉੱਥੇ ਕੀ ਹੈ? ਤੋਤੇ ਨੇ ਪੁੱਛਿਆ। ਤੋਤਾ ਕਹਿੰਦਾ ਕਿ ਉੱਥੇ ਕੀ ਹੈ? ਉੱਥੇ ਤੂੰ ਮੈਨੂੰ ਉੱਡਣਾ ਸਿਖਾਏਂਗਾ, ਗੋਲੂ ਨੇ ਤੋਤੇ ਨੂੰ ਕਿਹਾ। ਗੋਲੂ ਕਹਿੰਦਾ ਤੋਤੇ ਨੂੰ ਕੀ ਕਹਿੰਦਾ ਕਿ ਤੂੰ ਮੈਨੂੰ ਉੱਥੇ ਉੱਡਣਾ ਸਿਖਾਏਂਗਾ, ਕਿ ਮੈਂ ਉੱਡਣਾ ਸਿੱਖਣਾ ਚਾਹੁੰਦਾ, ਪਰ ਤੂੰ ਕਿੰਜ ਉੱਡੇਂਗਾ? ਕਿੰਜ ਮੈਂ ਨਾ ਕਹਿੰਦਾ ਕਿਸ ਤਰ੍ਹਾਂ? ਤੋਤੇ ਨੇ ਹੈਰਾਨ ਹੋ ਕੇ ਕਿਹਾ। ਤੋਤੇ ਨੇ ਅੱਗੋਂ ਹੈਰਾਨ ਹੋ ਕੇ ਬੋਲਿਆ ਵੀ ਤੂੰ ਕਿਵੇਂ ਉੱਡੇਂਗਾ? ਤੈਨੂੰ ਉੱਡਣਾ ਤਾਂ ਆਂਦਾ ਹੀ ਨਹੀਂਗਾ। ਤੈਨੂੰ ਤਾਂ ਉੱਡਣਾ ਆਂਦਾ ਏ, ਤੂੰ ਮੈਨੂੰ ਸਿਖਾ ਦੇ, ਗੋਲੂ ਨੇ ਕਿਹਾ। ਗੋਲੂ ਅੱਗੋਂ ਕੀ ਕਹਿੰਦਾ? ਗੋਲੂ ਕੋਲ ਨੇ ਹਾਥੀ ਦਾ ਬੱਚਾ। ਉਹ ਕੀ ਕਹਿੰਦੇ ਕਿ ਤੈਨੂੰ ਤਾਂ ਉੱਡਣਾ ਆਂਦਾ, ਤੂੰ ਮੈਨੂੰ ਸਿਖਾ ਦੇ। ਪਰ ਗੋਲੂ ਮੈਂ ਤਾਂ ਪੰਛੀ ਹਾਂ ਅਤੇ ਤੂੰ ਹਾਥੀ ਦਾ ਬੱਚਾ, ਤੂੰ ਕਿੱਦਾਂ ਉੱਡੇਂਗਾ? ਉਸਨੇ ਕੀ ਕਿਹਾ ਫਿਰ ਅੱਗੋਂ? ਕਹਿੰਦਾ ਕਿ ਮੈਂ ਤਾਂ ਪੰਛੀ ਹਾਂ। ਤੋਤਾ ਕਹਿੰਦਾ ਕਿ ਮੈਂ ਪੰਛੀ ਹਾਂ ਅਤੇ ਤੂੰ ਹਾਥੀ ਦਾ ਬੱਚਾ ਹੈ, ਤੂੰ ਕਿੱਦਾਂ ਉੱਡ ਜਾਏਂਗਾ? ਨੈਕਸਟ, ਗੋਲੂ ਨੇ ਆਪਣੇ ਅਗਲੇ ਪੈਰਾਂ ਨੂੰ ਚੁੱਕਿਆ ਅਤੇ ਪਿਛਲੇ ਪੈਰਾਂ 'ਤੇ ਖਲੋ ਕੇ ਤੋਤੇ ਵਾਂਗ ਉਡਾਰੀ ਭਰਨ ਦੀ ਕੋਸ਼ਿਸ਼ ਕੀਤੀ। ਗੋਲੂ ਨੇ ਕੀ ਕੀਤਾ? ਆਪਣੇ ਅਗਲੇ ਪੈਰਾਂ ਨੂੰ ਚੁੱਕ ਲਿਆ ਅਤੇ ਪਿਛਲੇ ਪੈਰਾਂ 'ਤੇ ਖਲੋ ਕੇ ਤੋਤੇ ਵਾਂਗ ਉਡਾਰੀ ਭਰਨ ਦੀ ਮੀਨਸ ਤੋਤੇ ਵਾਂਗ ਉੱਡਣ ਦੀ ਕੋਸ਼ਿਸ਼ ਕਰਨ ਲੱਗ ਗਿਆ। ਪਰ ਉਹ ਧੜਾਮ ਕਰਕੇ ਜ਼ਮੀਨ 'ਤੇ ਡਿੱਗ ਪਿਆ। ਧੜਾਮ ਕਰਕੇ ਮੀਨਸ ਜ਼ੋਰ ਨਾਲ ਉਹ ਥੱਲੇ ਜ਼ਮੀਨ 'ਤੇ ਡਿੱਗ ਪਿਆ। ਗੋਲੂ ਤੂੰ ਇਹ ਕੀ ਕਰ ਰਿਹਾ? ਤੋਤੇ ਨੇ ਫਿਰ ਪੁੱਛਿਆ। ਤੋਤਾ ਕਹਿੰਦਾ ਤੂੰ ਇਹ ਕੀ ਕਰ ਰਿਹਾ? ਤੇਰੇ ਵਾਂਗ ਉੱਡਣ ਦੀ ਕੋਸ਼ਿਸ਼ ਕਰ ਰਿਹਾ, ਗੋਲੂ ਨੇ ਕਿਹਾ। ਗੋਲੂ ਕਹਿੰਦਾ ਕਿ ਮੈਂ ਤਾਂ ਤੇਰੇ ਵਾਂਗ ਉੱਡਣ ਦੀ ਕੋਸ਼ਿਸ਼ ਕਰ ਰਿਹਾ। ਗੋਲੂ ਤੂੰ ਨਹੀਂ ਉੱਡ ਸਕਦਾ ਕਿਉਂਕਿ ਤੇਰੇ ਕੋਲ ਖੰਭ ਨਹੀਂ ਹਨ। ਤੋਤੇ ਨੇ ਉਸਨੂੰ ਆਪਣੇ ਖੰਭ ਵਿਖਾਏ। ਅੱਗੋਂ ਕੀ ਕਹਿੰਦਾ ਕਿ ਗੋਲੂ ਤੋਤਾ ਕਹਿੰਦਾ ਕਿ ਤੂੰ ਨਹੀਂ ਉੱਡ ਸਕਦਾ ਗੋਲੂ ਕਿਉਂਕਿ ਤੇਰੇ ਕੋਲ ਖੰਭ ਨਹੀਂ, ਮੇਰੇ ਕੋਲ ਖੰਭ ਹੈਗੇ ਨੇ, ਆਹ ਦੇਖ ਮੇਰੇ ਖੰਭ। ਪਰ ਮੇਰੇ ਕੋਲ ਖੰਭ ਕਿਉਂ ਨਹੀਂ ਹਨ? ਗੋਲੂ ਕੁਝ ਦੇਰ ਆਪਣੇ ਸਰੀਰ ਨੂੰ ਵੇਖਦਾ ਰਿਹਾ। ਫਿਰ ਉਸਦੀ ਨਜ਼ਰ ਕੇਲੇ ਦੇ ਰੁੱਖ ਦੇ ਵੱਡੇ ਵੱਡੇ ਪੱਤਿਆਂ 'ਤੇ ਗਈ। ਮੇਰੇ ਕੋਲ ਖੰਭ ਕਿਉਂ ਨਹੀਂ ਹੈਗੇ? ਗੋਲੂ ਕਹਿੰਦਾ ਕਿ ਉਹ ਆਦੇ ਸਰੀਰ ਨੂੰ ਫਿਰ ਦੇਖਣ ਲੱਗ ਗਿਆ ਅਤੇ ਉਸਦੀ ਨਜ਼ਰ ਇੱਕ ਰੁੱਖ ਦੇ ਵੱਡੇ ਵੱਡੇ ਪੱਤਿਆਂ 'ਤੇ ਗਈ। ਜਿਹੜੇ ਰੁੱਖ ਸੀ, ਕੇਲੇ ਦਾ ਕੋਲ ਰੁੱਖ ਲੱਗਿਆ ਹੋਇਆ ਸੀ, ਉਹਦੇ ਵੱਡੇ ਵੱਡੇ ਪੱਤੇ ਸੀ, ਉਹਦੇ 'ਤੇ ਨਜ਼ਰ ਗਈ। ਮੈਂ ਕੇਲੇ ਦੇ ਪੱਤਿਆਂ ਦੇ ਖੰਭ ਬਣਾ ਕੇ ਆਪਣੇ ਨਾਲ ਬੰਨ੍ਹ ਲਾਂਗਾ ਅਤੇ ਫਿਰ ਉੱਡ ਸਕਾਂਗਾ ਨਾ। ਇਹ ਆ ਕੇ ਉਹ ਕੇਲੇ ਦੇ ਰੁੱਖ ਦੇ ਪੱਤੇ ਤੋੜਨ ਲੱਗਾ। ਹਾਥੀ ਨੇ ਕੀ ਕੀਤਾ? ਗੋਲੂ ਨੇ ਕੀ ਕੀਤਾ? ਉਹ ਕੇਲੇ ਦੇ ਪੱਤਿਆਂ ਨੂੰ ਤੋੜਨ ਲੱਗ ਗਿਆ ਅਤੇ ਆਦੇ ਨਾਲ ਕਹਿੰਦਾ ਕਿ ਮੈਂ ਬੰਨ੍ਹ ਲਾਂਗਾ, ਮੀਨਸ ਮੈਂ ਇਹਨੂੰ ਖੰਭ ਬਣਾ ਲਾਂਗਾ ਅਤੇ ਮੈਂ ਫਿਰ ਇਹਦੀ ਸਹਾਇਤਾ ਨਾਲ ਉੱਡ ਲਾਂਗਾ। ਇਹ ਕਹਿ ਕੇ ਉਹ ਕੇਲੇ ਦੇ ਰੁੱਖ ਦੇ ਪੱਤੇ ਤੋੜਨ ਲੱਗ ਗਿਆ। ਨਹੀਂ ਗੋਲੂ ਤੂੰ ਨਹੀਂ ਉੱਡ ਸਕਦਾ ਕਿਉਂਕਿ ਤੇਰੇ 4 ਪੈਰ ਨੇ। ਫਿਰ ਤੋਤਾ ਅੱਗੋਂ ਕਹਿੰਦੇ ਕਿ ਗੋਲੂ ਤਾਂ ਵੀ ਨਹੀਂ ਤੂੰ ਉੱਡ ਸਕਦਾ ਕਿਉਂਕਿ ਤੇਰੇ ਪੈਰ 4 ਨੇ, ਤੇਰੇ ਮੂੰਹ 'ਤੇ ਚੁੰਝ ਨਹੀਂ ਹੈਗੀ, ਸੁੰਡ ਹੈ, ਨਾਲੇ ਤੂੰ ਬਹੁਤ ਵੱਡਾ ਹੈ, ਕੇਲੇ ਦੇ ਖੰਭ ਤੇਰਾ ਭਾਰ ਨਹੀਂ ਚੁੱਕ ਸਕਦੇ। ਤੋਤੇ ਨੇ ਉਸਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੋਤਾ ਕਹਿੰਦਾ ਕਿ ਤੂੰ ਤਾਂ ਵੀ ਨਹੀਂ ਉੱਡ ਸਕਦਾ ਕਿਉਂਕਿ ਨਾ ਤਾਂ ਤੇਰੇ ਕੋਲ ਸੁੰਡ ਹੈਗੀ ਅਤੇ ਨਾ ਹੀ ਤੇਰਾ ਖੰਭ ਜਿਹੜੇ ਨੇ, ਕੇਲੇ ਦੇ ਖੰਭ ਜਿਹੜੇ ਨੇ ਉਹ ਤੇਰਾ ਭਾਰ ਵੀ ਨਹੀਂ ਚੁੱਕ ਸਕਦੇ, ਇਸ ਲਈ ਤੂੰ ਉੱਡ ਨਾ। ਪਰ ਮੇਰਾ ਇੰਨਾ ਭਾਰ ਕਿਉਂ ਹੈ? ਗੋਲੂ ਨੇ ਉਦਾਸ ਹੋ ਕੇ ਕਿਹਾ। ਫਿਰ ਗੋਲੂ ਉਦਾਸ ਹੋ ਗਿਆ, ਨਿਰਾਸ਼ ਜਿਹਾ ਹੋ ਗਿਆ ਅਤੇ ਕਹਿੰਦਾ ਕਿ ਮੇਰਾ ਭਾਰ ਇੰਨਾ ਜ਼ਿਆਦਾ ਕਿਉਂ ਹੈ? ਕਿਉਂਕਿ ਤੂੰ ਵੱਡਾ ਹੈ, ਮੈਂ ਛੋਟਾ ਹਾਂ, ਤੋਤੇ ਨੇ ਕਿਹਾ। ਤੋਤਾ ਕਹਿੰਦਾ ਕਿ ਮੈਂ ਤਾਂ ਛੋਟਾ ਜਿਹਾ ਅਤੇ ਤੂੰ ਬਹੁਤ ਵੱਡਾ ਲੱਗਦਾ ਹੈ, ਪਰ ਤੂੰ ਤੇ ਮੈਥੋਂ ਕਿੰਨੇ ਸਾਲ ਵੱਡਾ ਹੈ, ਮੇਰਾ ਤਾਂ ਅਜੇ ਦੂਜਾ ਜਨਮ ਦਿਨ ਵੀ ਨਹੀਂ ਆਇਆ, ਗੋਲੂ ਨੇ ਕਿਹਾ। ਗੋਲੂ ਅੱਗੋਂ ਕੀ ਕਹਿੰਦਾ ਕਿ ਤੂੰ ਮੇਰੇ ਤੋਂ ਕਿੰਨੇ ਜ਼ਿਆਦਾ ਸਾਲ ਵੱਡਾ ਹੈ, ਮੈਂ ਤਾਂ ਅਜੇ ਦੂਸਰਾ ਜਨਮ ਦਿਨ ਮੀਨਸ ਦੂਸਰਾ ਬਰਥਡੇ ਵੀ ਨਹੀਂ ਆਇਆ। ਅਤੇ
ਪਰ ਗੋਲੂ ਕਹਿੰਦਾ ਹੈ ਕਿ ਪਰ ਗੋਲੂ ਪੰਛੀ ਮੇਰੇ ਜਿੱਡੇ ਹੁੰਦੇ ਨੇ, ਹਾਥੀ ਤੇਰੇ ਜਿੱਡੇ। ਤੋਤਾ ਕਹਿੰਦਾ ਹੈ ਕਿ ਗੋਲੂ ਜਿਹੜੇ ਪੰਛੀ ਨੇ ਉਹ ਮੇਰੇ ਜਿੱਡੇ ਹੁੰਦੇ ਨੇ ਅਤੇ ਹਾਥੀ ਤੇਰੇ ਜਿੱਡੇ ਹੁੰਦੇ ਨੇ। ਮੀਨਸ ਹਾਥੀਆਂ ਦਾ ਘਰ ਵੱਡਾ ਹੁੰਦਾ ਹੈ, ਪੰਛੀਆਂ ਦਾ ਘਰ ਛੋਟਾ ਹੁੰਦਾ ਹੈ। ਤੋਤੇ ਨੇ ਉਸਨੂੰ ਫਿਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਗੋਲੂ ਨੇ ਉੱਪਰ ਆਕਾਸ਼ ਵੱਲ ਦੇਖਿਆ, ਕਿੰਨੇ ਹੀ ਪੰਛੀ ਹਵਾ 'ਚ ਉੱਡ ਰਹੇ ਸਨ। ਨਹੀਂ, ਮੈਂ ਅੱਜ ਉੱਡਣਾ ਹੈ, ਤੂੰ ਮੈਨੂੰ ਸਿਖਾ। ਗੋਲੂ ਜਿੱਦ ਕਰਨ ਲੱਗਾ। ਗੋਲੂ ਫਿਰ ਜਿੱਦ ਕਰਨ ਲੱਗ ਗਿਆ ਕਿ ਮੈਂ ਤਾਂ ਅੱਜ ਉੱਡਣਾ ਹੈ, ਤੈਨੂੰ ਸਿਖਾਉਣਾ ਹੀ ਪਏਗਾ। ਨਹੀਂ ਗੋਲੂ, ਤੂੰ ਪਾਣੀ 'ਚ ਤੈਰ ਸਕਦਾ ਹੈ, ਜ਼ਮੀਨ 'ਤੇ ਦੌੜ ਸਕਦਾ ਹੈ, ਪਰ ਤੂੰ ਹਵਾ 'ਚ ਨਹੀਂ ਉੱਡ ਸਕਦਾ। ਤੋਤੇ ਨੇ ਉਸਨੂੰ ਥੋੜ੍ਹਾ ਗੁੱਸੇ ਨਾਲ ਕਿਹਾ, ਤੂੰ ਨਹੀਂ ਚਾਹੁੰਦਾ ਕਿ ਮੈਂ ਵੀ ਤੇਰੇ ਵਾਂਗ ਬੱਦਲਾਂ ਦੀ ਸੈਰ ਕਰਾਂ, ਇਸ ਲਈ ਤੂੰ ਮੈਨੂੰ ਉੱਡਣਾ ਨਹੀਂ ਸਿਖਾ ਰਿਹਾ, ਮੈਂ ਆਪੇ ਸਿੱਖ ਲਵਾਂਗਾ। ਇਹ ਆ ਕੇ ਉਹ ਨਾਰਾਜ਼ ਹੋ ਕੇ ਸਰਪਟ ਦੌੜ ਪਿਆ। ਸਰਪਟ ਮੈਨਾਂ ਕੀ ਹੁੰਦਾ, ਤੇਜ਼ ਦੌੜ ਪਿਆ। ਅੱਗੋਂ ਫਿਰ ਗੋਲੂ ਨੂੰ ਗੁੱਸਾ ਆ ਗਿਆ। ਗੋਲੂ ਨਾਰਾਜ਼ ਹੋ ਗਿਆ ਤੋਤੇ ਨਾਲ, ਕਹਿੰਦਾ ਕਿ ਤੂੰ ਨਹੀਂ ਚਾਹੁੰਦਾ ਕਿ ਮੈਂ ਵੀ ਤੇਰੇ ਵਾਂਗ ਬੱਦਲਾਂ ਦੀ ਸੈਰ ਕਰਾਂ, ਮੀਨਸ ਆਕਾਸ਼ ਵਿੱਚ ਉੱਡ ਸਕਾਂ, ਇਸ ਲਈ ਤੂੰ ਮੈਨੂੰ ਉੱਡਣਾ ਨਹੀਂ ਸਿਖਾ ਰਿਹਾ, ਮੈਂ ਆਪੇ ਸਿੱਖ ਲਾਂਗਾ। ਉਹ ਕਹਿ ਕੇ ਦੌੜ ਪਿਆ। ਗੋਲੂ ਤੂੰ ਇਕੱਲਾ ਕਿੱਧਰ ਜਾ ਰਿਹਾ? ਤੋਤੇ ਨੇ ਉਸਦੇ ਆਲੇ ਦੁਆਲੇ ਉੱਡਦਿਆਂ ਪੁੱਛਿਆ। ਗੋਲੂ, ਤੂੰ ਇਕੱਲਾ ਕਿੱਧਰ ਜਾ ਰਿਹਾ ਹੈ? ਮੈਂ ਤੈਨੂੰ ਕਿਉਂ ਦੱਸਾਂ, ਮੈਂ ਦਰਿਆ 'ਤੇ ਜਾ ਰਿਹਾ। ਇਹ ਆਖੋ ਜ਼ੋਰ ਤੇਜ਼ ਦੌੜਨ ਲੱਗਾ। ਤੋਤਾ ਜਾਣਦਾ ਸੀ ਇੰਝ ਇਕੱਲਿਆਂ ਦਰਿਆ ਵੱਲ ਜਾਣਾ ਖਤਰਨਾਕ ਹੈ, ਪਰ ਗੋਲੂ ਨੇ ਉਸਦੀ ਕੋਈ ਗੱਲ ਨਾ ਸੁਣੀ। ਹਾਰ ਕੇ ਤੋਤਾ ਵਾਪਸ ਬਾਂਸਾਂ 'ਤੇ ਰੁੱਖ ਕੋਲ ਆਇਆ, ਜਿੱਥੇ ਗੋਲੂ ਦੀ ਮੰਮੀ ਆਰਾਮ ਕਰ ਰਹੀ ਸੀ। ਉਹ ਕਹਿੰਦੇ ਕਿ ਮੈਂ ਤੈਨੂੰ ਕਿਉਂ ਦੱਸਾਂ, ਮੈਂ ਦਰਿਆ 'ਤੇ ਜਾ ਰਿਹਾ ਹਾਂ। ਇਹ ਆਖ ਹੋਰ ਤੇਜ਼ ਦੌੜਨ ਲੱਗਾ। ਤੋਤਾ ਜਾਣਦਾ ਸੀ ਇੰਝ ਇਕੱਲਿਆਂ ਦਰਿਆ ਵੱਲ ਜਾਣਾ ਬੜਾ ਖਤਰਨਾਕ ਹੈ, ਮੀਨਸ ਖਤਰਨਾਕ ਹੋ ਸਕਦਾ, ਉੱਥੇ ਸ਼ਿਕਾਰੀ ਵੀ ਹੋ ਸਕਦੇ ਹਨ, ਪਰ ਗੋਲੂ ਨੇ ਉਹਦੀ ਕੋਈ ਗੱਲ ਨਾ ਸੁਣੀ ਅਤੇ ਹਾਰ ਕੇ ਤੋਤਾ ਬਾਂਸਾਂ ਵਾਲੇ ਰੁੱਖ ਕੋਲ ਆ ਗਿਆ, ਜਿੱਥੇ ਗੋਲੂ ਦੀ ਮੰਮੀ ਆਰਾਮ ਕਰ ਰਹੀ ਸੀ, ਮੀਨਸ ਸੁਸਤਾ ਰਹੀ ਸੀ। ਨੈਕਸਟ, ਪਰ ਤੋਤੇ ਨੂੰ ਗੋਲੂ ਦੀ ਮੰਮੀ ਕਿਤੇ ਨਜ਼ਰ ਨਾ ਆਈ। ਉਹ ਵਿਚਾਰੀ ਤਾਂ ਕਦੋਂ ਦੀ ਗੋਲੂ ਨੂੰ ਲੱਭ ਰਹੀ ਸੀ। ਉਸ ਨੂੰ ਲੱਗਦਾ ਸੀ ਅੱਗੇ ਵਾਂਗ ਫਿਰ ਗੋਲੂ ਸ਼ਰਾਰਤ ਨਾਲ ਕਿਧਰੇ ਲੁਕਿਆ ਹੋਵੇਗਾ, ਪਰ ਤੋਤਾ ਕਾਫੀ ਦੇਰ ਲੱਭਦਾ ਰਿਹਾ। ਤੋਤੇ ਨੂੰ ਉਹਦੀ ਮੰਮੀ, ਗੋਲੂ ਦੀ ਮੰਮੀ ਜਿਹੜੀ ਉਹ ਨਜ਼ਰ ਨਹੀਂ ਆਈ, ਲੱਭੀ ਨਹੀਂ ਉਹ, ਕਿਉਂਕਿ ਉਹ ਪਹਿਲਾਂ ਹੀ ਗੋਲੂ ਨੂੰ ਲੱਭ ਰਹੀ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਅੱਜ ਵਾਂਗ ਜਿਹੜਾ ਗੋਲੂ ਹੈ ਫਿਰ ਸ਼ਰਾਰਤ ਨਾਲ ਕਿਤੇ ਲੁਕਿਆ ਹੋਏਗਾ। ਮਾਸੀ ਗੋਲੂ ਇੱਧਰ ਦਰਿਆ ਵੱਲ ਚਲਿਆ ਗਿਆ। ਤੋਤੇ ਨੇ ਆਖਰ ਉਸਨੂੰ ਦੂਰ ਰਸ ਭਰੀਆਂ ਦੇ ਰੁੱਖਾਂ ਕੋਲ ਲੱਭ ਲਿਆ ਸੀ। ਇਹ ਸੁਣ ਕੇ ਮਾਂ ਘਬਰਾ ਗਈ। ਗੋਲੂ ਦੇ ਪਾਪਾ ਗੋਲੂ ਇਕੱਲਿਆਂ ਦਰਿਆ ਵੱਲ ਚਲਾ ਗਿਆ। ਇਹ ਸੁਣਦਿਆਂ ਸਾਰਾ ਪਰਿਵਾਰ ਇਕੱਠਾ ਹੋ ਗਿਆ। ਚਲੋ ਜਲਦੀ ਕਰੋ। ਇਹ ਆਖ ਤੋਤਾ ਉੱਧਰ ਉੱਡਣ ਲੱਗਾ ਜਿੱਧਰ ਗੋਲੂ ਗਿਆ ਹੋਇਆ ਸੀ। ਤੋਤੇ ਨੇ ਆਖਿਰ ਨਾ ਗੋਲੂ ਦੀ ਮੰਮੀ ਨੂੰ ਲੱਭ ਹੀ ਲਿਆ। ਗੋਲੂ ਦੀ ਮੰਮੀ ਰਸ ਭਰਿਆਂ ਦੇ ਰੁੱਖਾਂ ਦੇ ਕੋਲ ਲੱਭ ਰਹੀ ਸੀ ਗੋਲੂ ਨੂੰ, ਉੱਥੇ ਹੈਗੀ ਸੀ ਅਤੇ ਉਹਨੇ ਲੱਭ ਰਿਹਾ। ਤੋਤੇ ਨੇ ਆਵਾਜ਼ ਮਾਰੀ, ਮਾਸੀ ਗੋਲੂ ਜਿਹੜਾ ਉਹ ਦਰਿਆ ਵੱਲ ਚਲਿਆ ਗਿਆ ਹੈ। ਇਹ ਸੁਣ ਕੇ ਗੋਲੂ ਦੀ ਮਾਂ ਬਹੁਤ ਘਬਰਾ ਗਈ ਅਤੇ ਗੋਲੂ ਦੇ ਪਾਪਾ ਗੋਲੂ ਇਕੱਲਾ ਦਰਿਆ ਵੱਲ ਚਲਿਆ ਗਿਆ। ਇਹ ਸੁਣਦਿਆਂ ਸਾਰਾ ਪਰਿਵਾਰ ਇਕੱਠਾ ਹੋ ਗਿਆ। ਉਸਨੇ ਸਾਰਿਆਂ ਨੂੰ ਇਕੱਠਾ ਕਰ ਲਿਆ ਅਤੇ ਕਹਿਣ ਲੱਗੀ ਕਿ ਚਲੋ ਜਿੱਧਰ ਗੋਲੂ ਗਿਆ ਆਪਾਂ ਉੱਧਰ ਲੱਭਣ ਚਲੀਏ। ਤੋਤਾ ਵੀ ਉਹਨਾਂ ਦੇ ਨਾਲ ਉੱਡ ਕੇ ਉੱਧਰ ਚਲਾ ਗਿਆ। ਉੱਧਰ ਗੋਲੂ ਦੌੜਦਾ ਅਚਾਨਕ ਇੱਕ ਟੋਏ ਵਿੱਚ ਜਾ ਡਿੱਗਾ। ਇਹ ਟੋਇਆ ਅਸਲ ਵਿੱਚ ਸ਼ਿਕਾਰੀਆਂ ਦੇ ਨਾਲ ਹੀ ਪੁੱਟਿਆ ਹੋਇਆ ਸੀ। ਟੋਏ ਨੂੰ ਉੱਤੋਂ ਟਹਿਣੀਆਂ, ਸੁੱਕੇ ਪੱਤਿਆਂ ਤੇ ਮਿੱਟੀ ਨਾਲ ਢੱਕ ਦਿੱਤਾ ਸੀ ਤਾਂ ਕਿ ਦੂਰੋਂ ਦਿਸੇ ਨਾ। ਬੇਧਿਆਨੀ ਵਿੱਚ ਗੋਲੂ ਸ਼ਿਕਾਰੀਆਂ ਦੇ ਜਾਲ ਵਿੱਚ ਫਸ ਗਿਆ। ਇਹ ਟੋਏ ਤੋਂ ਕੁਝ ਦੂਰ ਸ਼ਿਕਾਰੀ ਇੱਕ ਰੁੱਖ ਉੱਤੇ ਲੁਕ ਕੇ ਬੈਠੇ ਹੋਏ ਸਨ। ਉੱਧਰ ਗੋਲੂ ਦੌੜਦਾ ਅਚਾਨਕ ਇੱਕ ਟੋਏ ਵਿੱਚ ਜਾ ਡਿੱਗ ਪਿਆ। ਇਹ ਟੋਇਆ ਅਸਲ ਵਿੱਚ ਸ਼ਿਕਾਰੀਆਂ ਦੇ ਰਾਹ ਵਿੱਚ ਪੁੱਟਿਆ ਹੋਇਆ ਸੀ, ਮੀਨਸ ਸ਼ਿਕਾਰੀਆਂ ਦੇ ਰਸਤੇ ਵਿੱਚ ਪੁੱਟਿਆ ਹੋਇਆ ਸੀ। ਟੋਏ ਨੂੰ ਉੱਪਰੋਂ ਟਹਿਣੀਆਂ, ਸੁੱਕੇ ਪੱਤਿਆਂ ਅਤੇ ਮਿੱਟੀ ਦੇ ਨਾਲ ਢੱਕ ਦਿੱਤਾ ਗਿਆ ਸੀ ਤਾਂ ਕਿ ਉਹ ਜਿਹੜਾ ਟੋਇਆ ਉਹ ਵਿਖੇ ਹੀ ਨਾ। ਬੇਧਿਆਨੀ ਵਿੱਚ ਗੋਲੂ ਸ਼ਿਕਾਰੀਆਂ ਦੇ ਜਾਲ 'ਚ ਫਸ ਗਿਆ। ਟੋਏ ਤੋਂ ਕੁਝ ਦੂਰ ਜਿਹੜੇ ਸ਼ਿਕਾਰੀ ਸੀ ਉਹ ਇੱਕ ਰੁੱਖ 'ਤੇ ਲੁਕ ਕੇ ਬੈਠੇ ਹੋਏ ਸਨ। ਇੰਨੇ ਵਿੱਚ ਤੋਤਾ ਹਾਥੀਆਂ ਨੂੰ ਲੈ ਕੇ ਉੱਥੇ ਪਹੁੰਚ ਗਿਆ। ਗੋਲੂ ਨੂੰ ਟੋਏ ਵਿੱਚ ਵੇਖ ਕੇ ਉਸਦੀ ਮੰਮੀ ਤੇ ਪਾਪਾ ਬੜੇ ਪਰੇਸ਼ਾਨ ਹੋ ਗਏ। ਉਹ ਆਪਣੇ ਬੱਚੇ ਨੂੰ ਟੋਏ 'ਚੋਂ ਕੱਢਣ ਦੀ ਸਲਾਹ ਕਰਨ ਲੱਗੇ। ਮੀਨਸ ਜਦੋਂ ਉਹ ਆਏ ਸਾਰੇ ਤਾਂ ਗੋਲੂ ਡਿੱਗ ਪਿਆ ਸੀ ਟੋਏ ਵਿੱਚ। ਉਹਨੂੰ ਵੇਖ ਕੇ ਉਹਦੇ ਮੰਮੀ ਪਾਪਾ ਬੜੇ ਜ਼ਿਆਦਾ ਪਰੇਸ਼ਾਨ ਹੋਏ ਅਤੇ ਉਹ ਆਪਣੇ ਬੱਚੇ ਨੂੰ ਕੱਢਣ ਲਈ ਸਲਾਹ ਬਣਾਉਣ ਲੱਗੇ ਵੀ ਕਿਸ ਤਰ੍ਹਾਂ ਕੱਢਿਆ ਜਾਵੇ। ਤੋਤੇ ਦੀ ਨਜ਼ਰ ਰੁੱਖ ਉੱਪਰ ਲੁਕੀ ਇੱਕ ਸ਼ਿਕਾਰੀ 'ਤੇ ਪੈ ਗਈ। ਉਹ ਬੰਦੂਕ ਤਾਣ ਕੇ ਹਾਥੀਆਂ 'ਤੇ ਗੋਲੀ ਚਲਾਉਣ ਵਾਲਾ ਸੀ। ਤੋਤਾ ਬੜਾ ਹੀ ਤੇਜ਼ੀ ਨਾਲ ਝਪਟਿਆ ਅਤੇ ਬੰਦੂਕ ਵਾਲੇ ਸ਼ਿਕਾਰੀ ਦੇ ਮੂੰਹ ਨੂੰ ਆਪਣੇ ਤਿੱਖੇ ਪੰਜਿਆਂ ਨਾਲ ਘਰੂਟ ਦਿੱਤਾ। ਸ਼ਿਕਾਰੀ ਕੋਲੋਂ ਗੋਲੀ ਤਾਂ ਚੱਲ ਗਈ, ਪਰ ਹੜਬੜਾ ਜਾਣ ਕਰਕੇ ਉਸਦਾ ਨਿਸ਼ਾਨਾ ਖੁੰਝ ਗਿਆ। ਉਸ ਦੇ ਹੱਥੋਂ ਬੰਦੂਕ ਡਿੱਗ ਗਈ। ਉਹ ਲੜਖੜਾ ਕੇ ਡਿੱਗਣ ਲੱਗਾ ਤਾਂ ਉਸਨੇ ਆਪਣੇ ਸਾਥੀ ਨੂੰ ਫੜ ਲਿਆ ਅਤੇ ਉਹ ਦੋਵੇਂ ਧੜਾਮ ਕਰਕੇ ਥੱਲੇ ਡਿੱਗ ਪਏ। ਤੋਤੇ ਦੀ ਨਜ਼ਰ ਰੁੱਖ ਉੱਪਰ ਇੱਕ ਲੁਕੇ ਸ਼ਿਕਾਰੀ 'ਤੇ ਪੈ ਗਈ। ਇੱਕ ਸ਼ਿਕਾਰੀ ਜਿਹੜਾ ਸੀ ਉਹ ਰੁੱਖ 'ਤੇ ਲੁਕਿਆ ਹੋਇਆ ਸੀ। ਉਹ ਬੰਦੂਕ ਤਾਣ ਕੇ ਹਾਥੀਆਂ 'ਤੇ ਗੋਲੀ ਚਲਾਉਣ ਹੀ ਵਾਲਾ ਸੀ ਕਿ ਤੋਤਾ ਬੜੀ ਹੀ ਤੇਜ਼ੀ ਨਾਲ ਝਪਟਿਆ ਅਤੇ ਸ਼ਿਕਾਰੀ ਦੇ ਮੂੰਹ 'ਤੇ ਆਪਣੇ ਤਿੱਖੇ ਪੰਜਿਆਂ ਨਾਲ ਘਰੂਟ ਮਾਰਨਾ ਕਿ ਉਹਨੇ ਨੋ ਮਾਰ ਦਿੱਤਾ। ਸ਼ਿਕਾਰੀ ਕੋਲੋਂ ਗੋਲੀ ਤਾਂ ਚੱਲ ਗਈ, ਪਰ ਘਬਰਾ ਜਾਣ ਕਰਕੇ ਉਸਦਾ ਨਿਸ਼ਾਨਾ ਜਿਹੜਾ ਹੈ ਉਹ ਖੁੰਝ ਗਿਆ।
मतलब निशाना नहीं लग्या। उसके हथों बंदूक डिग पई। ਉਹ लड़खड़ा के डिगन लगा ਤੇ ਸਾਥੀ ਨੂੰ ਫੜ ਲਿਆ ਅਤੇ ਦੋਨੋਂ ਧੜਾਮ ਕਰਕੇ ਥੱਲੇ ਡਿੱਗ ਪਏ। ਹਾਥੀਆਂ ਦੀ ਨਜ਼ਰ ਸ਼ਿਕਾਰੀਆਂ ਤੇ ਪਈ। ਉਹ ਤੇਜ਼ੀ ਨਾਲ ਸ਼ਿਕਾਰੀਆਂ ਵੱਲ ਵਧੇ। ਦੋਵੇਂ ਸ਼ਿਕਾਰੀ ਆਪਣੀ ਜਾਨ ਬਚਾਉਣ ਲਈ ਟੋਏ 'ਚ ਕੁੱਦ ਪਏ। ਥੋੜ੍ਹੀ ਦੂਰ ਇੱਕ ਰੁੱਖ ਡਿੱਗਿਆ ਪਿਆ ਸੀ। ਹਾਥੀਆਂ ਨੇ ਉਸ ਨੂੰ ਵੀ ਥੱਕ ਕੇ ਟੋਏ 'ਚ ਸੁੱਟਤਾ। ਇੰਜ ਟੋਏ ਵਿੱਚ ਜਾਣ ਨਾਲ ਇੱਕ ਢਲਾਨ ਜਿਹੀ ਬਣ ਗਈ। ਪਾਪਾ ਹਾਥੀ ਹੌਲੀ ਹੌਲੀ ਤੁਰਦੇ ਹੋਏ ਟੋਏ ਵਿੱਚ ਗਏ ਅਤੇ ਉਹਨਾਂ ਨੇ ਆਪਣੀ ਸੁੰਡ ਨਾਲ ਗੋਲੂ ਦੀ ਸੁੰਡ ਫੜ ਲਈ। ਫਿਰ ਉਹ ਉਲਟੇ ਪੈਰੀਂ ਹੌਲੀ ਹੌਲੀ ਉੱਪਰ ਨੂੰ ਆਉਣ ਲੱਗੇ। ਦੋਵੇਂ ਸ਼ਿਕਾਰੀ ਟੋਏ ਦੀ ਇੱਕ ਨੁੱਕਰ ਦੁਬਕ ਕੇ ਬੈਠੇ ਰਹੇ। ਅਖੀਰ ਗੋਲੂ ਨੂੰ ਪਾਪਾ ਨੇ ਬਾਹਰ ਕੱਢ ਹੀ ਲਿਆ। ਮਾਂ ਨੇ ਗੋਲੂ ਨੂੰ ਬੜਾ ਪਿਆਰ ਕੀਤਾ। ਗੋਲੂ ਨੇ ਟੋਏ 'ਚ ਬੈਠੇ ਸ਼ਿਕਾਰੀਆਂ ਵੱਲ ਵੇਖਦਿਆਂ ਆਪਣੀ ਮੰਮੀ ਨੂੰ ਪੁੱਛਿਆ, ਇਹ ਬੰਦੂਕਾਂ ਵਾਲੇ ਅੰਕਲ ਆਪਣੇ ਘਰ ਕਿਵੇਂ ਜਾਣਗੇ? ਹਾਥੀਆਂ ਦੀ ਨਜ਼ਰ ਜਦੋਂ ਸ਼ਿਕਾਰੀਆਂ 'ਤੇ ਪਈ ਤਾਂ ਉਹ ਤੇਜ਼ੀ ਨਾਲ ਸ਼ਿਕਾਰੀਆਂ ਵੱਲ ਵਧੇ। ਜਿਹੜੇ ਹਾਥੀ ਸੀ ਉਹ ਤੇਜ਼ੀ ਨਾਲ ਸ਼ਿਕਾਰੀਆਂ ਵੱਲ ਵੱਧ ਗਏ। ਦੋਵੇਂ ਸ਼ਿਕਾਰੀ ਆਪਣੀ ਜਾਨ ਬਚਾਉਣ ਲਈ ਟੋਏ 'ਚ ਕੁੱਦ ਪਏ। ਮੀਨਜ਼ ਉਹਨਾਂ ਨੂੰ ਐਂ ਲੱਗਿਆ ਕਿ ਹਾਥੀ ਹੁਣ ਸਾਨੂੰ ਮਾਰਨਗੇ। ਉਹ ਟੋਏ 'ਚ ਕੁੱਦ ਪਏ। ਥੋੜ੍ਹੀ ਦੂਰ ਇੱਕ ਰੁੱਖ ਡਿੱਗਿਆ ਹੋਇਆ ਸੀ। ਹਾਥੀਆਂ ਨੇ ਉਸ ਨੂੰ ਵੀ ਧੱਕ ਕੇ ਟੋਏ 'ਚ ਸੁੱਟ ਦਿੱਤਾ। ਮੀਨਜ਼ ਜਿੱਥੇ ਸ਼ਿਕਾਰੀ ਡਿੱਗੇ ਸਨ। ਇੰਜ ਟੋਏ ਵਿੱਚ ਜਾਣ ਨਾਲ ਇੱਕ ਢਲਾਨ ਜਿਹੀ ਬਣ ਗਈ। ਪਾਪਾ ਹਾਥੀ ਹੌਲੀ ਹੌਲੀ ਤੁਰਦੇ ਹੋਏ ਟੋਏ ਵਿੱਚ ਗਏ ਤੇ ਉਹਨਾਂ ਨੇ ਆਪਣੀ ਸੁੰਡ ਨਾਲ ਗੋਲੂ ਦੀ ਸੁੰਡ ਜਿਹੜੀ ਉਹ ਫੜ ਲਈ। ਫਿਰ ਉਹ ਉਲਟੇ ਪੈਰੀਂ ਹੌਲੀ ਹੌਲੀ ਉੱਪਰ ਨੂੰ ਆਉਣ ਲੱਗੇ। ਦੋਵੇਂ ਸ਼ਿਕਾਰੀ ਟੋਏ ਦੀ ਇੱਕ ਨੁੱਕਰ ਦੁਬਕ ਕੇ ਬੈਠੇ ਰਹੇ। ਮੀਨਜ਼ ਇੱਕ ਕੋਨੇ ਵਿੱਚ ਉਹ ਡਰ ਕੇ ਬੈਠੇ ਰਹੇ। ਉਹਨਾਂ ਨੂੰ ਐਂ ਲੱਗਿਆ ਕਿ ਹਾਥੀ ਮਾਰਨਗੇ। ਅਖੀਰ ਗੋਲੂ ਨੂੰ ਪਾਪਾ ਨੇ ਬਾਹਰ ਕੱਢ ਲਿਆ। ਗੋਲੂ ਮੀਨਜ਼ ਛੋਟੇ ਹਾਥੀ ਨੂੰ। ਮਾਂ ਨੇ ਗੋਲੂ ਨੂੰ ਬੜਾ ਪਿਆਰ ਕੀਤਾ। ਗੋਲੂ ਨੇ ਟੋਏ 'ਚ ਬੈਠੇ ਸ਼ਿਕਾਰੀਆਂ ਵੱਲ ਵੇਖਦਿਆਂ ਆਪਣੀ ਮੰਮੀ ਨੂੰ ਪੁੱਛਿਆ ਕਿ ਬੰਦੂਕਾਂ ਵਾਲੇ ਅੰਕਲ ਆਪਣੇ ਘਰ ਕਿੱਦਾਂ ਜਾਣਗੇ? ਇਹਨਾਂ ਨੂੰ ਇਹਨਾਂ ਦੇ ਪਾਪਾ ਆ ਕੇ ਲੈ ਜਾਣਗੇ। ਪਾਪਾ ਹਾਥੀ ਨੇ ਆਪਣੀ ਸੁੰਡ ਨਾਲ ਗੋਲੂ ਦਾ ਸਿਰ ਪਲੋਸਦਿਆਂ ਹੋਇਆ ਕਿਹਾ। ਫਿਰ ਸਾਰੇ ਵਾਪਸ ਘਰ ਜਾਣ ਲੱਗੇ। ਮੰਮੀ ਨੇ ਕਿਹਾ, ਚਲੋ ਆਓ ਦੇਖਦੇ ਹਾਂ ਕਿ ਘਰ ਪਹਿਲਾਂ ਕੌਣ ਪਹੁੰਚਦਾ ਹੈ। ਤੋਤਾ ਫਿਰ ਕੀ ਕਹਿੰਦਾ, 1 2 3। ਤੋਤੇ ਨੇ ਗਿਣਤੀ ਗਿਣੀ 1 2 3 ਤੇ ਸਾਰੇ ਆਪਣੇ ਘਰਾਂ ਵੱਲ ਦੌੜ ਪਏ। ਗੋਲੂ ਸਭ ਤੋਂ ਅੱਗੇ ਜਾ ਰਿਹਾ ਸੀ ਕਿ ਬੇਟਾ